ਸਾਡੇ ਬੱਚਿਆਂ ਸਾਨੂੰ ਬੁਲਾਇਆ। ਸਾਡੇ ਬੱਚੇ ਉੱਥੇ ਚੰਗੇ ਰਸਤੇ ਨਹੀਂ ਹਨ ਚੱਲਦੇ ਤੇ ਚੰਗੇ ਰਸਤੇ ਚੱਲਦੇ ਨੇ ਦਿਨ ਰਾਤ। ਅਸੀਂ ਗੱਡਿਆਂ ਦੇ ਪੈਣ ਵਾਲੇ ਜਹਾਜ਼ਾਂ ਦੇ ਚੜੇ ਉੱਥੇ ਅਸੀਂ 5:30 ਉੱਠਦੇ ਹਾਂ, ਅਸੀਂ 3 ਵਜੇ ਉੱਠਦੇ ਹਾਂ। ਆਪ ਸਾਰੀ ਦਿਹਾੜੀ ਭੱਜੇ ਫਿਰਨੇ ਸਾਰੇ ਕੰਮ ਕਰਦੇ ਜੇ ਅਸੀਂ ਇਹ ਵਿਹਲੇ ਕੋਈ ਨਹੀਂ ਜੇ ਬੈਠੇ। ਸੁਖ ਛੱਜੂ ਦੇ ਚਬਾਰੇ ਉਹ ਬਲਖ ਨਾ ਬਖਾਰੇ, ਇਸ ਲਈ ਸਾਨੂੰ ਇੰਡੀਆ ਹੀ ਚੰਗਾ ਲੱਗਦਾ। ਹਾਂਜੀ, ਅਸੀਂ ਇੰਡੀਆ ਤੋਂ ਇੱਥੇ ਆਏ। ਮੈਂ ਸਮੁੰਦਰੀ ਜਹਾਜ਼ ਵੀ ਇੱਥੇ ਚਲਾਇਆ। ਅੱਜ ਦੀ ਜਿਹੜੀ ਨਿਊ ਜਨਰੇਸ਼ਨ ਹੈ ਜਿਹੜੀ ਕਿ ਆਸਟ੍ਰੇਲੀਆ ਆ ਗਈ ਹੈ, ਉਹ ਥੋੜਾ ਜਿਹਾ ਸਾਨੂੰ ਕਹਿੰਦੇ ਆ ਕਿ ਤੁਸੀਂ ਸ਼ਾਇਦ ਬੈਕਵਰਡ। ਅਸੀਂ ਇੰਗਲਿਸ਼ ਤੋਂ ਮਾਰ ਖਾਂਦੇ ਆ। ਜੇ ਸਾਨੂੰ ਇੰਗਲਿਸ਼ ਆਉਂਦੀ ਹੋਵੇ ਹੈ ਨਾ, ਅਸੀਂ ਤੁਹਾਨੂੰ ਪੂਰਾ ਐਕਸਪਲੇਨ ਕਰਕੇ ਦਿਖਾਈਏ ਕਿ ਬੱਚਾ ਆ ਗੱਲ ਤੈਨੂੰ ਸਹੀ ਨਹੀਂ, ਆ ਗੱਲ ਸਾਨੂੰ ਸਹੀ ਹੈ। ਜੇ ਮੈਂ ਸਾਰਿਆਂ ਤੋਂ ਇੱਕ ਕਾਮਨ ਕੁਐਸਚਨ ਪੁੱਟ ਅਪ ਕਰਦਾ ਵੀ ਅਸੀਂ ਆਏ ਇੱਥੇ ਕਾਹਦੇ ਲਈ? ਆਪ ਲੈਟਰ ਬਾਕਸ ਡਿਲੀਵਰੀ ਕਰਨੀ, ਪੇਪਰ ਪਾਉਣੇ, ਜੇ ਕਿਤੇ ਕਲੀਨਿਕ ਦੀ ਘੰਟੇ ਦੀ ਜੋਬ ਮਿਲ ਗਈ ਉੱਥੇ ਵੀ ਦੌੜ ਕੇ ਜਾਣਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਦੋਸਤੋ? ਨਾਪਰੀ ਸੰਧੂ ਪੰਜਾਬੀ ਗੈਂਗਰੂ ਤੋਂ। ਦੋਸਤੋ, ਸਾਡੀ ਹਰ ਵਾਰ ਕੋਸ਼ਿਸ਼ ਰਹਿੰਦੀ ਆ ਵੀ ਕੋਈ ਨਵੀਂ ਤੇ ਨਵੀਂ ਚੀਜ਼ ਜਾਂ ਕੋਈ ਐਸੀ ਚੀਜ਼ ਲੈ ਕੇ ਆਈ ਜਾਵੇ ਜਿਹੜੀ ਚੀਜ਼ ਆਪਾਂ ਸੋਚ ਨਹੀਂ ਸਕਦੇ ਜਾਂ ਜਿਹੜੀ ਚੀਜ਼ ਮਤਲਬ ਅਲੱਗ ਹੁੰਦੀ ਆ। ਅੱਜ ਅਸੀਂ ਇੱਥੇ ਬਜ਼ੁਰਗਾਂ ਕੋਲ ਖੜ੍ਹੇ ਆ। ਇਹਨਾਂ ਕੋਲ ਇੰਡੀਆ ਵੀ ਲੰਬਾ ਤਜਰਬਾ, ਲੰਬਾ ਐਕਸਪੀਰੀਅੰਸ ਆ। ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਆ ਕੇ ਕਿਹੜੀ ਚੀਜ਼ ਇਹਨਾਂ ਨੂੰ ਜਾਂ ਫਨੀ ਲੱਗੀ ਜਾਂ ਕਿਹੜੀ ਚੀਜ਼ ਅਲੱਗ ਲੱਗੀ, ਉਹ ਥੋੜ੍ਹਾ ਜਿਹਾ ਐਕਸਪੀਰੀਅੰਸ ਬਾਰੇ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਅੱਛੇ ਸੰਧੂ ਸਾਹਿਬ, ਤੁਸੀਂ ਸੁਣਾਓ? ਬਹੁਤ ਵਧੀਆ, ਚੜ੍ਹਦੀ ਕਲਾ ਜੀ। ਹਾਂਜੀ, ਅਸੀਂ ਜੀ ਇੱਥੇ ਆਏ, ਬੜੀ ਖੁਸ਼ੀ ਹੋਈ। ਸਾਡੇ ਬੱਚਿਆਂ ਸਾਨੂੰ ਬੁਲਾਇਆ। ਹਾਂਜੀ ਹਾਂ, ਸਾਡੇ ਬੱਚੇ ਉੱਥੇ ਚੰਗੇ ਰਸਤੇ ਨਹੀਂ ਹਨ ਚੱਲਦੇ ਤੇ ਚੰਗੇ ਰਸਤੇ ਚੱਲਦੇ ਨੇ ਦਿਨ ਰਾਤ, ਔਰ ਬੜਾ ਮਨ ਖੁਸ਼ ਹੋਇਆ। ਬੱਚੇ ਅੱਗੇ ਵਧੇ ਨੇ, ਅਸੀਂ ਉਹਨਾਂ ਅੱਗੇ ਵਧੇ ਹਾਂ। ਅਸੀਂ ਗੱਡਿਆਂ ਦੇ ਪੈਣ ਵਾਲੇ ਜਹਾਜ਼ਾਂ ਦੇ ਚੜੇ ਹਾਂ ਤੇ ਬੜੀ ਖੁਸ਼ੀ ਆਈ ਏ। ਇਹਨਾਂ ਦੇਸ਼ਾਂ 'ਚ ਬੱਚੇ ਸਾਨੂੰ ਘੁਮਾਉਂਦੇ ਨੇ ਪਏ, ਔਰ ਬੜਾ ਫਨ ਅਸੀਂ ਮਹਿਸੂਸ ਕਰਦੇ ਹਾਂ ਵੀ ਇੱਥੇ ਵੀਰ ਸਿੰਘ ਹੋਰਾਂ ਦੀ ਧਰਤੀ 'ਤੇ ਆਏ, ਜਿਹੜੀ ਬੜੀ ਚੰਗੀ ਧਰਤੀ ਏ। ਔਰ ਸਾਨੂੰ ਬੜੀ ਖੁਸ਼ੀ ਹੋਈ। ਸੰਧੂ ਸਾਹਿਬ ਜਿਹੜੇ ਨੇ ਉਹਨਾਂ ਸਾਡੇ ਨਾਲ ਹੋਰ ਸਾਂਝ ਪਾਈ, ਸਾਨੂੰ ਹੋਰ ਵਧੀਆ ਲੱਗਾ। ਸਾਡੀ ਸਾਰੀ ਫੈਮਿਲੀ ਕਰਨਾਲ ਤੋਂ, ਪੰਜਾਬ ਤੋਂ ਸਾਰੇ ਅਸੀਂ ਇਕੱਠੇ ਹਾਂ, ਬੜੇ ਹੈਪੀ ਹਾਂ ਔਰ ਬਹੁਤ ਵੈਰੀ ਹੈਪੀ ਹਾਂ। ਉੱਥੇ ਅਸੀਂ 5:30 ਉੱਠਦੇ ਹਾਂ, ਅਸੀਂ 3 ਵਜੇ ਉੱਠਦੇ ਹਾਂ। ਸਾਡੀ ਜੋਬ ਤਗੜੀ ਇੱਥੇ। ਉੱਥੇ ਅਸੀਂ ਮਾਂ ਪਿਓ ਦੀ ਸੇਵਾ ਕਰਦੇ ਸਾਂ, ਬੱਚਿਆਂ ਨੂੰ ਪੜ੍ਹਾਉਂਦੇ ਸਾਂ। ਇੱਥੇ ਆ ਕੇ ਹੁਣ ਫੇਰ ਬੱਚਿਆਂ ਨੂੰ ਪੜ੍ਹਾਉਂਦੇ ਆ ਪਏ ਸੀ। ਉਹਨਾਂ ਨੂੰ 3 ਵਜੇ ਉਠਾਉਂਦੇ ਆ। ਆਪ ਸਾਰੀ ਦਿਹਾੜੀ ਭੱਜੇ ਫਿਰਨੇ ਸਾਰੇ ਕੰਮ ਕਰਦੇ ਜੇ ਅਸੀਂ ਇਹ ਵਿਹਲੇ ਕੋਈ ਨਹੀਂ ਜੇ ਬੈਠੇ। ਸਾਡੀ ਜੋਬ ਤੁਹਾਡੇ ਕੰਮ ਕਰਨ, ਟਰੱਕ ਚਲਾਉਣ ਨਾਲ ਵਧੀਆ ਜੇ। ਸਾਨੂੰ ਬੱਚੇ ਵੀ ਸਾਡੇ ਕੋਲ ਨੇ ਤੇ ਬੜੀ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਬੱਚਿਆਂ ਦੀ। ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹੁਣ ਸੁਣ ਰਹੀ ਸੀ ਵੀਰ ਜੀ ਨੂੰ ਕਿ ਉਹ ਕਹਿ ਰਿਹਾ ਕਿ ਅਸੀਂ ਇੰਡੀਆ ਤੋਂ ਆਸਟ੍ਰੇਲੀਆ ਆਏ। ਆਸਟ੍ਰੇਲੀਆ ਆ ਕੇ ਸਾਡਾ ਕਿਵੇਂ ਦਾ ਜੀਵਨ ਹੈ ਨਾ। ਉਹਨਾਂ ਨੇ ਕਿਹਾ ਕਿ ਅੱਖਾਂ ਤੋਂ ਅੰਨੇ, ਕੰਨਾਂ ਤੋਂ ਬੋਲੇ ਤੇ ਜੀਭ ਤੋਂ ਗੂੰਗੇ ਹੋ ਜਾਣਾ ਚਾਹੀਦਾ। ਬਿਲਕੁਲ 100% ਸਹੀ ਹੈ। ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਮੈਂ ਇਸ ਗੱਲ ਨਾਲ 100% ਸਹੀ ਹਾਂ। ਹਾਂ, ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਅਸੀਂ ਜਦੋਂ ਬੱਚਿਆਂ ਨਾਲ ਖੇਡਦੇ ਹਾਂ, ਵਿਚਰਦੇ ਹਾਂ, ਪਰ ਜਦੋਂ ਅਸੀਂ ਖਾਣ ਦੀ ਆਜ਼ਾਦੀ ਪੂਰੀ ਹੈ, ਪਹਿਨਣ ਦੀ ਆਜ਼ਾਦੀ ਪੂਰੀ ਹੈ, ਪਰ ਜੋ ਸੁਖ ਛੱਜੂ ਦੇ ਚਬਾਰੇ ਉਹ ਬਲਖ ਨਾ ਬਖਾਰੇ, ਇਸ ਲਈ ਸਾਨੂੰ ਇੰਡੀਆ ਹੀ ਚੰਗਾ ਲੱਗਦਾ। ਬੇਸ਼ੱਕ ਅਸੀਂ ਇੱਥੇ ਬਹੁਤ ਕੁਝ ਦੇਖਿਆ, ਬਹੁਤ ਕੁਝ ਦਿਖਾ ਰਹੇ ਨੇ ਬੱਚੇ, ਉਹਦੇ ਨਾਲ ਅਸੀਂ ਵੀ ਖੁਸ਼ ਹਾਂ। ਜਦੋਂ ਸਾਰਿਆਂ ਨੂੰ ਅਸੀਂ ਇੱਥੇ ਮਿਲਦੇ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਪਰ ਉਹੀ ਗੱਲ, ਜੋ ਸੁਖ ਛੱਜੂ ਦੇ ਚਬਾਰੇ ਉਹ ਬਲਖ ਨਹੀਂ ਬਖਾਰੇ, ਆਪਣੀ ਝੌਂਪੜੀ ਹੀ ਬਹੁਤ ਵਧੀਆ ਲੱਗਦੀ ਹੈ। ਬਾਕੀ ਜਿਉਂਦੇ ਵਾਸਤੇ ਰਹਿਣ ਸਾਰੇ ਬੱਚੇ ਬੱਚੀਆਂ, ਚੜ੍ਹਦੀਆਂ ਕਲਾ 'ਚ ਰਹਿਣ, ਤੁਸੀਂ ਜਵਾਨੀਆਂ ਮਾਣੋ, ਸਦਾ ਖੁਸ਼ ਰਹੋ, ਸਾਡੀ ਇਹੀ ਦੁਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਇੰਡੀਆ ਤੋਂ ਇੱਥੇ ਆਏ। ਮੈਂ ਸਮੁੰਦਰੀ ਜਹਾਜ਼ ਵੀ ਇੱਥੇ ਚਲਾਇਆ, ਬੜਾ ਫਨ ਕੀਤਾ, ਬੜੀ ਖੁਸ਼ੀ ਮਨਾਈ। ਮੁੰਡਿਆਂ ਨੇ, ਬੱਚਿਆਂ ਨੇ ਬਹੁਤ ਕਮਾਇਆ। ਬੜੀ ਵਧੀਆ ਜਗ੍ਹਾ, ਪੀਜ਼ਾ ਬਰਗਰ ਬਹੁਤ ਖਵਾਇਆ, ਪਰ ਘਰ ਹੀ ਗੁੰਮ ਆ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੇਰੇ ਕੋਲ ਕਈ ਕਾਰਡ ਬਣੇ ਨੇ। ਮੈਂ ਬੱਸ 'ਤੇ ਟਰੈਵਲ ਕਰਕੇ ਸਿਟੀ ਨਹੀਂ ਜਾ ਸਕਦਾ, ਮੈਂ ਟ੍ਰੇਨ 'ਤੇ ਨਹੀਂ ਚੜ੍ਹ ਸਕਦਾ। ਸਾਡੇ ਵਾਸਤੇ ਅੰਗਰੇਜ਼ੀ ਦੀ ਬਹੁਤ ਵੱਡੀ ਮਜਬੂਰੀ ਹੈ। ਔਰ ਬੱਚੇ ਸਾਨੂੰ ਕੰਮ ਕਰਾਉਣਗੇ, ਰੋਜ਼ ਸਾਨੂੰ ਨਾਲ ਝੋਲੀ ਜਵਾ ਕੇ ਲਈ ਫਿਰਨ। ਇਸ ਵਾਸਤੇ ਸਾਨੂੰ ਥੋੜ੍ਹਾ ਇੱਥੇ ਆ ਕੇ ਅਸੀਂ ਅੜ ਜਾਂਦੇ ਹਾਂ। ਜਿਵੇਂ ਗੱਡੀ ਦਾ ਗੇਅਰ ਅੜ ਜਾਂਦਾ ਨਾ ਜੀ, ਤੇ ਫਿਰ ਹੁਣ ਮਕੈਨਿਕ ਹੀ ਕੱਢਦਾ। ਸਾਡਾ ਤਾਂ ਮਕੈਨਿਕ ਵੀ ਨਹੀਂ ਹੁਣ ਕਰ ਸਕਦੇ ਇੱਥੇ। ਇੰਡੀਆ ਤੋਂ ਆਸਟ੍ਰੇਲੀਆ ਆ ਕੇ ਸਭ ਤੋਂ ਵਧੀਆ ਗੱਲ ਇੱਥੋਂ ਦਾ ਐਟਮੋਸਫੀਅਰ,
ਇੱਥੋਂ ਦੇ ਰੂਲ ਰੈਗੂਲੇਸ਼ਨ ਦੀ ਬੈਸਟ, ਬਹੁਤ ਵਧੀਆ, ਜੋ ਕਿ ਇੰਡੀਆ ਵਿੱਚ ਨਹੀਂ। ਸਭ ਤੋਂ ਬਸ ਬਹੁਤ ਵਧੀਆ ਇਹ ਲੱਗੇ। ਬਾਕੀ ਸਾਡੇ ਬੱਚਿਆਂ ਨਾਲ ਦਿਲ ਕਰਦਾ ਸੀਗਾ, ਬੱਚਿਆਂ ਨਾਲ ਹੈ ਨਾ ਟਾਈਮ ਸਪੈਂਡ ਕਰੀਦਾ, ਚਾਹੇ ਰੋ ਕੇ ਕਰੀਏ, ਹੱਸ ਕੇ ਕਰੀਏ, ਕਰਨਾ ਪਊਗਾ ਹੈ ਨਾ, ਉਹਨੂੰ ਆਪਾਂ ਹੱਸ ਬੱਚਿਆਂ ਦੀ ਮਜਬੂਰੀ ਹੈ। ਬਿਲਕੁਲ ਬੱਚਿਆਂ ਦੀ ਮਜਬੂਰੀ ਹੈ ਕਿ ਬੱਚਿਆਂ ਨੂੰ ਜੋਬ ਵੀ ਕਰਨੀ ਪੈਂਦੀ ਹੈ, ਉਹ ਮਜਬੂਰ ਨੇ ਤੇ ਅਸੀਂ ਸਮਝਣਾ ਪਊਗਾ ਸਾਨੂੰ, ਕਿਉਂਕਿ ਸਾਡਾ ਉਮਰ ਦਾ ਤਕਾਜ਼ਾ ਹੈ। ਜੇ ਅਸੀਂ ਨਹੀਂ ਸਮਝਾਂਗੇ ਤਾਂ ਘਰ 'ਚ ਖਟਪਟੀ ਹੋਊਗੀ ਹੈ ਨਾ, ਉਹ ਖਟਪਟੀ ਨੂੰ ਆਪਾਂ ਨਹੀਂ ਪਾਉਣਾ ਚਾਹੁੰਦੇ, ਇਸ ਲਈ ਅਸੀਂ ਮਜਬੂਰੀ, ਚਾਹੇ ਮਜਬੂਰੀ ਸਮਝੋ, ਬੱਚਿਆਂ ਦੇ ਨਾਲ ਪੂਰਾ ਟਾਈਮ ਸਪੈਂਡ ਕਰਦੇ ਆ। ਆਂਟੀ ਜੀ, ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇੱਕ ਸਾਰੇ ਬਜ਼ੁਰਗ ਗੱਲ ਕਰ ਰਹੇ ਆ ਵੀ ਘਰ ਖਾਲੀ ਲੱਗਦਾ ਏ ਤੇ ਆਪਣਾ ਥੋੜ੍ਹੀਆਂ ਬੰਦਿਸ਼ਾਂ ਵੀ ਆ ਇੱਥੇ, ਜਾਣ ਆਉਣ ਤੇ ਵੀ ਥੋੜ੍ਹੀ ਜਿਹੀ ਦਿੱਕਤ ਰਹਿੰਦੀ ਹੈ। ਜੇ ਤੁਹਾਨੂੰ ਮੰਨ ਲਓ ਤੁਹਾਡਾ ਪੁੱਤਰ ਜਾਂ ਫਿਰ ਬੇਟੀ ਪੁੱਛ ਰਹੇ ਹੋਵੇ ਕਿ ਉਹਨੂੰ ਥੋੜ੍ਹਾ ਜਿਹਾ ਹੋਰ ਕਿੱਦਾਂ ਸੌਖਾ ਬਣਾਇਆ ਜਾ ਸਕਦਾ, ਥੋੜ੍ਹਾ ਹੋਰ ਕਿੱਦਾਂ ਤੁਹਾਡੇ ਲਈ ਈਜ਼ੀ ਹੋ ਸਕਦਾ, ਕਿਉਂਕਿ ਉਮਰ ਦਾ ਫਰਕ ਵੀ ਹੁੰਦਾ ਕਈ ਵਾਰ, ਵੀ ਉਹਨਾਂ ਨੇ ਕਿਸੇ ਹੋਰ ਤਰੀਕੇ ਨਾਲ ਗੱਲ ਦੇਖਣੀ ਹੈ, ਤੁਸੀਂ ਗੱਲ ਹੋਰ ਤਰੀਕੇ ਨਾਲ ਦੇਖਣੀ ਹੈ, ਇਹ ਕਿੱਦਾਂ ਥੋੜ੍ਹੀ ਜਿਹੀ ਇਹਨੂੰ ਠੀਕ ਕੀਤਾ ਜਾ ਸਕਦਾ, ਥੋੜ੍ਹੀ ਹੋਰ ਸੁਖਾਲੀ ਬਣਾਈ ਜਾ ਸਕਦੀ ਹੈ ਤੁਹਾਡੇ ਲਈ? ਹਾਂ, ਇਹਨੂੰ ਇਸ ਤਰ੍ਹਾਂ ਹੋ ਸਕਦਾ ਬੇਟਾ, ਕਿਉਂਕਿ ਅੱਜ ਦੀ ਜਿਹੜੀ ਨਿਊ ਜਨਰੇਸ਼ਨ ਹੈ, ਜਿਹੜੀ ਕਿ ਆਸਟ੍ਰੇਲੀਆ ਆ ਗਈ ਹੈ, ਉਹ ਥੋੜਾ ਜਿਹਾ ਸਾਨੂੰ ਕਹਿੰਦੇ ਆ ਕਿ ਤੁਸੀਂ ਸ਼ਾਇਦ ਬੈਕਵਰਡ ਹੋ, ਕਿਉਂਕਿ ਸਾਡੀ ਕੁਆਲੀਫਿਕੇਸ਼ਨ ਤੁਹਾਡੇ ਜਿੰਨੀ ਨਹੀਂ। ਅਸੀਂ ਇੰਗਲਿਸ਼ ਤੋਂ ਮਾਰ ਖਾਂਦੇ ਹਾਂ। ਜੇ ਸਾਨੂੰ ਇੰਗਲਿਸ਼ ਆਉਂਦੀ ਹੋਵੇ ਹੈ ਨਾ, ਅਸੀਂ ਤੁਹਾਨੂੰ ਪੂਰਾ ਐਕਸਪਲੇਨ ਕਰਕੇ ਦਿਖਾਈਏ ਕਿ ਬੱਚਾ ਆਹ ਗੱਲ ਤੈਨੂੰ ਸਹੀ ਨਹੀਂ, ਆਹ ਗੱਲ ਸਾਨੂੰ ਸਹੀ ਹੈ, ਅਸੀਂ ਪੰਜਾਬੀ 'ਚ ਸਮਝਾਉਂਦੇ ਹਾਂ, ਪਰ ਤੁਸੀਂ ਲੋਕ ਕਹਿੰਦੇ ਹੋ ਕਿ ਨਾ ਨਾ ਤੁਹਾਡਾ ਪੁਰਾਣਾ ਜ਼ਮਾਨਾ ਸੀ, ਅਸੀਂ ਨਵੇਂ ਜ਼ਮਾਨੇ ਦੇ ਆ। ਇਸ ਕਰਕੇ ਅਸੀਂ ਹੁਣ ਪੁਰਾਣੇ ਹੋ ਗਏ, ਜਿਵੇਂ ਅਸੀਂ ਆਪਣੇ ਬਜ਼ੁਰਗਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਨਾ ਜੀ ਤੁਸੀਂ ਹੁਣ ਪਿਛਲੀਆਂ ਗੱਲਾਂ ਛੱਡੋ, ਅਸੀਂ ਹੁਣ ਆਪਣੀਆਂ ਕਰਾਂਗੇ ਹੈ ਨਾ। ਸੋ ਹੁਣ ਤੁਹਾਡੀ ਪੀੜ੍ਹੀ ਇਹ ਸਾਨੂੰ ਕਹਿ ਰਹੀ ਹੈ, ਤੁਹਾਡੀ ਅਗਲੀ ਪੀੜ੍ਹੀ ਤੁਹਾਨੂੰ ਕਹੇਗੀ। ਇਹ ਜਿਹੜਾ ਸਿਸਟਮ ਇਹ ਚੱਲਦਾ ਰਹਿੰਦਾ ਹਾਂ, ਇਹ ਸਿਸਟਮ ਚੱਲਦਾ ਰਹੂਗਾ, ਇਹਨੂੰ ਕੋਈ ਵੀ ਬੰਦ ਨਹੀਂ ਕਰ ਸਕਦਾ। ਇਸ ਵਾਸਤੇ ਇਹੀ ਹੈ ਕਿ ਜਿਹੜਾ ਵੀ ਤੁਸੀਂ ਜੌਬ ਕਰਦੇ ਹੋ ਉਹਨੂੰ ਆਪਣਾ ਕੰਮ ਸਮਝੋ, ਆਪਣੀ ਜ਼ਿੰਮੇਵਾਰੀ ਸਮਝੋ। ਜਿੰਨਾ ਚਿਰ ਤੁਸੀਂ ਉਸ ਬੱਚਾ ਪਾਲਣਾ ਜਾਂ ਜੌਬ ਕਰਨਾ ਜ਼ਿੰਮੇਵਾਰੀ ਨਹੀਂ ਸਮਝਦੇ, ਉਹਨਾਂ ਚਿਰ ਘਰ ਕਦੇ ਵੀ ਨਹੀਂ ਚੱਲਦੇ। ਇਸ ਲਈ ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਹੈ, ਜਿੰਨਾ ਚਿਰ ਜ਼ਿੰਮੇਵਾਰੀ ਨਹੀਂ ਸਮਝਣਗੇ, ਇਹ ਸਮਝਣ ਕਿ ਬੱਚੇ ਬੋਝ ਨੇ ਜਾਂ ਘਰ ਦਾ ਕੰਮ ਬੋਝ ਹੈ, ਤਾਂ ਉਹ ਘਰ ਕਦੇ ਵੀ ਨਹੀਂ ਚੱਲ ਸਕਦਾ। ਇਸ ਕਰਕੇ ਅਸੀਂ ਕਹਾਂਗੇ ਜਦੋਂ ਬੱਚੇ ਪਲ ਜਾਂਦੇ ਨਾ 8-8 10-10 ਸਾਲਾਂ ਦੇ ਹੋ ਜਾਂਦੇ ਨੇ, ਦਿੱਕਤ ਉਦੋਂ ਬਾਅਦ ਆਉਂਦੀ ਜੇ, ਉਹਨਾਂ 'ਚ ਦਿੱਕਤ ਨਹੀਂ ਆਉਂਦੀ, ਉਦੋਂ ਵੇਲੇ ਢੁੰਨੇ ਆ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਆ 'ਚ ਪੰਜਾਬ 'ਚ ਬਜ਼ੁਰਗ ਲੋਚਦੇ ਆ ਵੀ ਸਾਡੇ ਬੱਚੇ ਸਾਡੇ ਨਾਲ ਗੱਲਾਂ ਕਰਨ, ਬਹੁਤ ਤਰਸਦੇ ਆ। ਉੱਥੇ ਬੱਚਿਆਂ ਕੋਲ ਟਾਈਮ ਨਹੀਂ ਹੈਗਾ, ਪਰ ਇੱਥੇ ਜਦੋਂ ਬਜ਼ੁਰਗ ਆ ਜਾਂਦੇ ਆ ਉਹ ਫਿਰ ਬੱਚਿਆਂ ਨਾਲ ਬਹੁਤ ਜ਼ਿਆਦਾ ਗੱਲਾਂ ਕਰਦੇ ਆ। ਇਹ ਫਰਕ ਹੈਗਾ ਜੀ। ਅਸੀਂ ਕਹਿ ਤੇ ਦਿੰਦੇ ਆ, ਅਸੀਂ ਇੰਡੀਆ 'ਚ ਵੀ ਬਜ਼ੁਰਗ ਜਿਹੜੇ ਨੇ ਉਹ ਬੱਚੇ ਸੰਭਾਲਦੇ ਸੀ, ਫਿਰ ਹੀ ਨੂੰਹਾਂ ਧੀਆਂ ਕੰਮ ਕਰਦੀਆਂ ਸੀ ਚੌਂਕਿਆਂ ਦੇ। ਇਹ ਅਸੀਂ ਐਵੇਂ ਹੀ ਕਹਿ ਦੇਣਾ ਕਿ ਸਾਨੂੰ ਇੱਥੇ ਆਣ ਕੇ ਸਾਨੂੰ ਆਹ ਨਹੀਂ ਮਿਲਦਾ, ਉਹ ਨਹੀਂ ਮਿਲਦਾ। ਇੱਥੇ ਹਰ ਇੱਕ ਚੀਜ਼ ਹੈ, ਇਹ ਕੰਮ ਕਹਿਣਾ ਗਲਤ ਹੈ ਆਪਣੇ ਵਾਸਤੇ, ਕਿਉਂ ਬੱਚੇ ਨੇ ਆਪਾਂ ਉਹ ਸੰਭਾਲਦੇ ਆ। ਠੀਕ ਹੈ, ਸਕੂਲਾਂ 'ਚ ਛੱਡ ਕੇ ਵੀ ਆਉਂਦੇ ਆ, ਲੈ ਕੇ ਵੀ ਆਉਂਦੇ ਆ, ਸਾਰਾ ਕੁਝ ਕਰਦੇ ਆ, ਤੇ ਘਰ ਅੰਨ ਪਾਣੀ ਵੀ ਕਰਦੇ ਆ। ਅਸੀਂ ਉੱਥੇ ਵੀ ਕਰਨੋਂ ਨਹੀਂ ਮੁੜਦੇ ਹੈਗੇ, ਉੱਥੇ ਵੀ ਅਸੀਂ ਸਾਰੇ ਕੰਮ ਕਰਦੇ ਹਾਂ ਇੰਡੀਆ। ਆਪਾਂ ਨੂੰ ਉਹੀ ਇੱਥੇ ਸਮਝਣਾ ਚਾਹੀਦਾ ਵੀ ਇੱਥੇ ਵੀ ਉਹੀ ਕੁਛ ਹੈ। ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ, ਸਾਨੂੰ ਤਾਂ ਬਿਲਕੁਲ ਬਹੁਤ ਵਧੀਆ ਲੱਗਾ ਜੀ। ਆਪਾਂ ਸਾਰੇ ਹੀ, ਜੇ ਮੈਂ ਸਾਰਿਆਂ ਤੋਂ ਇੱਕ ਕਾਮਨ ਕੁਐਸਚਨ ਪੁੱਟ ਅਪ ਕਰਦਾ ਵੀ ਅਸੀਂ ਆਏ ਇੱਥੇ ਕਾਹਦੇ ਲਈ ਆ। ਬੇਸਿਕਲੀ ਚਾਹੇ ਉਹ ਸਟੂਡੈਂਟ ਆ, ਚਾਹੇ ਉਹਦੀ ਸਪਾਊਸ ਆਈ ਆ ਉਹਦੇ ਨਾਲ, ਜਾਂ ਉਹਦੇ ਮਾਂ ਪਿਓ ਆਏ ਆ, ਜਾਂ ਭੈਣ ਭਰਾ, ਕਾਮਨ ਰੀਜ਼ਨ ਕੀ ਆ ਕਿ ਅਸੀਂ ਇੱਥੇ ਆਏ ਆ। ਹੁਣ ਜੇ ਤਾਂ ਉਹਦਾ ਆਨਸਰ ਅਸੀਂ ਸਹੀ ਦੇਵਾਂਗੇ ਤਾਂ ਸਾਨੂੰ ਉਹ 'ਚੋਂ ਜਵਾਬ ਵੀ ਸਹੀ ਮਿਲੂਗਾ। ਅਸੀਂ ਸਾਰੇ ਹੀ ਇੱਥੇ ਮਾਇਆ ਕਮਾਉਣ ਆਏ, ਹੋਰ ਕੋਈ ਦੂਜਾ ਰੀਜ਼ਨ ਹੈ ਨਹੀਂ। ਜੇ ਅਸੀਂ ਧਰਮ ਕਮਾਉਣਾ ਆ, ਉਹਦੇ ਲਈ ਸਾਡੇ ਕੋਲ ਟਾਈਮ ਨਹੀਂਗਾ, ਕਿਉਂਕਿ ਮਾਇਆ ਸਾਨੂੰ ਛੱਡਦੀ ਨਹੀਂ ਗੀ, ਧਰਮ ਅਸੀਂ ਕਮਾਉਣਾ ਨਹੀਂਗਾ। ਬੱਚਿਆਂ ਦੀ ਜਿਹੜੀ ਫਿਰ ਲਾਈਫ ਬਣਦੀ ਆ ਉਹ ਇਕੱਲੀ ਮਾਇਆ 'ਤੇ ਡਿਪੈਂਡ ਰਹਿ ਜਾਂਦੀ ਆ। ਆਹ ਬਲੌਕ ਕਿੰਨੇ ਦਾ, ਕਾਰ ਕਿੰਨੇ ਦੀ, ਜੇ ਕਿੰਨੇ ਦਾ, ਕਿੰਨੇ ਘੰਟੇ ਕੰਮ ਕਰਾਂਗੇ, ਉਹ ਸਾਰੀਆਂ ਗੱਲਾਂ ਜਿਹੜੀਆਂ ਨਾ ਫਿਰ ਅਖੀਰ 'ਚ ਆਪ ਆਪਣੇ ਬੱਚਿਆਂ ਨੂੰ ਲੁੱਕ ਆਫਟਰ ਨਹੀਂ ਕਰ ਸਕਦੇ, ਕਿਉਂਕਿ ਦੋਨਾਂ ਨੇ ਜੌਬ ਕਰਨੀ ਹੈ। ਪੇਰੈਂਟਸ ਨੂੰ ਸੱਦਣਾ, ਹੁਣ ਪੇਰੈਂਟਸ ਦੀ ਮੇਨ ਜੌਬ ਇਹੀ ਹੋਣੀ ਵੀ ਤੁਸੀਂ ਬੱਚਾ ਸੰਭਾਲੋ। ਹੁਣ ਉਹ ਵੀ ਇੱਕ ਕਿਸਮ ਦੇ ਵੱਧ ਜਾਂਦੇ ਆ। ਅਸੀਂ 1988 'ਚ ਮੈਂ ਆਇਆ, ਮੈਂ ਆਪਣੇ ਆਪ 'ਤੇ ਆਇਆ ਸੀਗਾ, ਮਤਲਬ ਸਾਨੂੰ ਕਿਸੇ ਨੇ ਬੇਟੇ ਜਾਂ ਬੇਟੀ ਨੇ ਨਹੀਂ ਸੀ ਸੱਦਿਆ। ਅਤੇ ਉਦੋਂ ਬਾਅਦ 'ਚ ਅਤੇ ਅੱਜ ਅਸੀਂ ਜਦੋਂ ਦੇਖਦੇ ਹਾਂ ਬਹੁਤ ਹੀ ਜ਼ਿਆਦਾ ਫਰਕ ਹੈ। ਉਦੋਂ ਮਤਲਬ ਇੰਨੀ ਦੌੜ ਨਹੀਂ ਸੀ ਹੁੰਦੀ,
ਹੁਣ ਦੌੜ ਇੰਨੀ ਜ਼ਿਆਦਾ ਆ ਕਿ ਚਾਹੇ ਦੋਨੇ ਜੀ ਵੀ ਕੰਮ ਕਰ ਰਹੇ ਨਾ ਫੇਰ ਵੀ ਪੂਰਾ ਨਹੀਂ ਪੈਂਦਾ, ਕਿਉਂਕਿ ਸਾਡੀਆਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਵੱਧ ਗਈਆਂ। ਅਸੀਂ ਦੇਖਦੇ ਹਾਂ ਵੀ ਆਹ ਵੱਡੀ ਕੋਠੀ ਆ ਇਹ ਵੀ ਲੈ ਲਈਏ, ਉਹ ਬਲੋਕ ਇੰਨੇ ਦਾ ਉਹ ਵੀ ਲੈ ਲਈਏ, ਕਾਰ ਆ ਛੋਟੀ ਆ ਹੁਣ ਵੱਡੀ ਲੈ ਲਈ, ਉਹ ਕਰਦੇ ਕਰਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜਦੋਂ ਤੁਸੀਂ 89 ਚ ਆਏ ਆ ਜੀ ਇੱਥੇ, ਤੁਹਾਨੂੰ ਪੰਜਾਬ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਇੱਥੇ ਦੌੜ ਘੱਟ ਸੀ, ਪੰਜਾਬ ਵਰਗਾ ਮਾਹੌਲ ਸੀ, ਠੰਡੀ ਜੀ ਲਾਈਫ ਸੀ ਜਾਂ ਥੋੜਾ ਜਿਹਾ ਤੇਜ਼ ਸੀ? ਉਦੋਂ ਦੇ ਹਿਸਾਬ ਨਾਲ ਵੀ ਤੇਜ਼ ਸੀ ਉਰੇ? ਨਹੀਂ, ਕੰਮ ਉਦੋਂ ਵੀ ਇਦਾਂ ਹੀ ਸੀ, ਕੰਮ ਕਰਕੇ ਹੀ ਰੋਟੀ ਮਿਲਦੀ ਸੀ, ਜਾਂ ਜੇ ਆਪਾਂ ਸੈੱਟ ਹੋਣਾ ਜਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਦੇਖਣੀ ਆ ਨਾ, ਕੰਮ ਉਦੋਂ ਵੀ ਕਰਨਾ ਪੈਂਦਾ ਸੀ। ਪਰ ਇੰਨਾ ਸੀਗਾ ਕਿ ਉਦੋਂ ਜਿਹੜੀ ਥੋੜ੍ਹੀ ਜਿਹੀ ਸਾਡੇ ਉੱਤੇ ਇੰਡੀਆ ਦਾ ਜਿਹੜਾ ਪ੍ਰਭਾਵ ਸੀਗਾ ਨਾ ਉਹ ਵੀ ਸੀਗਾ। ਹੁਣ ਜਿਹੜੇ ਬੱਚੇ ਜਿੱਦਾਂ ਜਿੱਦਾਂ ਯੰਗ ਏਜ 'ਚ ਆਈ ਜਾਂਦੇ ਆ ਉਹਨਾਂ ਤੋਂ ਉੱਥੇ ਦਾ ਪ੍ਰਭਾਵ ਘੱਟ ਹੈ, ਇੱਥੇ ਦਾ ਜ਼ਿਆਦਾ ਹੈ। ਅਤੇ ਉਹਦੇ ਕਰਕੇ ਅਸੀਂ ਥੋੜ੍ਹੇ ਜਿਹਾ ਧਾਰਮਿਕ ਵੀ ਰਹਿ ਗਏ, ਅਸੀਂ ਆਪਣੇ ਦਾੜੀ ਕੇਸ ਵੀ ਸਾਬਤ ਰੱਖ ਲਏ। ਹੁਣ ਜਿਹੜੇ ਅੱਜ ਦੇ ਬੱਚੇ ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ, ਅਤੇ ਅਸੀਂ ਉਹਨਾਂ ਨੂੰ ਕੰਪੈਲ ਵੀ ਨਹੀਂ ਕਰ ਸਕਦੇ। ਬਾਕੀ ਉਹ ਇੱਕ ਐਗਜ਼ਾਮਪਲ ਦਿੱਤੀ ਆ ਬਈ ਸਾਡੇ ਕੋਲ ਹੁਣ ਅਸੀਂ ਧਰਮ ਕਮਾਉਣ ਆਏ ਹੀ ਨਹੀਂ, ਅਤੇ ਧਰਮ ਸਾਨੂੰ ਮਿਲਣਾ ਨਹੀਂ ਗਾ, ਅਤੇ ਜਿਹੜੀ ਸ਼ਾਂਤੀ ਆ ਨਾ ਉਹ ਧਰਮ 'ਚ ਆ, ਮਾਇਆ 'ਚ ਨਹੀਂ ਗੀ। ਅਸੀਂ ਮਾਇਆ 'ਚੋਂ ਸ਼ਾਂਤੀ ਭਾਲਦੇ ਕਦੀ ਨਹੀਂ ਮਿਲਣੀ। ਬਸ ਇਹੀ ਮੈਂ ਤਾਂ ਕਹੂੰਗਾ ਕਿ ਇੱਕ ਸਵਾਲ ਅੰਕਲ ਜੀ ਹੋਰ, ਜਦੋਂ 89 ਚ ਆਏ ਆ ਹੁਣ ਨਾਲੋਂ ਤਾਂ ਮਾਹੌਲ ਬੜਾ ਅਲੱਗ ਸੀ ਉਸ ਟਾਈਮ, ਸਭ ਤੋਂ ਬੜੀ ਦਿੱਕਤ ਕੀ ਆਈ ਹੈ ਉਸ ਟਾਈਮ? ਜਿੱਦਾਂ ਸਟੂਡੈਂਟ ਆਉਂਦੇ ਆ ਇੱਥੇ, ਸਟੂਡੈਂਟਾਂ ਨੂੰ ਆਉਂਦੀ ਸਾਰ ਜੌਬ ਦੀ ਦਿੱਕਤ ਹੈ, ਪੜ੍ਹਾਈ ਦੀ ਦਿੱਕਤ ਹੈ। 89 ਚ ਤਾਂ ਤਕਰੀਬਨ ਆਸਟ੍ਰੇਲੀਆ ਹੈ ਹੀ ਅਲੱਗ ਦੇਸ਼ ਸੀ ਇੱਕ ਤਰੀਕੇ ਨਾਲ ਅੱਜ ਨਾਲੋਂ। ਉਸ ਟਾਈਮ ਤੁਹਾਨੂੰ ਕਿਹੜੀ ਦਿੱਕਤ ਆਈ ਹੈ ਇੱਥੇ ਜੀ ਬੜੀ ਸਭ ਤੋਂ? ਮੈਂ ਦੇਖੋ ਪਹਿਲਾਂ ਇੰਡੀਅਨ ਨੇਵੀ ਦੇ ਵਿੱਚ ਮੈਂ 10 ਸਾਲ ਐਜ ਇੰਜੀਨੀਅਰ ਸਰਵਿਸ ਕੀਤੀ ਆ। ਆਲ ਇੰਡੀਆ ਰੇਡੀਓ ਦੂਰਦਰਸ਼ਨ ਜਲੰਧਰ ਦੇ ਵਿੱਚ ਮੈਂ 4-5 ਸਾਲ ਰਿਹਾ। ਉਦੋਂ ਬਾਅਦ 'ਚ ਸਾਰੀ ਮੇਰੀ ਕੁਆਲੀਫਿਕੇਸ਼ਨ ਠੀਕ ਠਾਕ ਸੀਗੀ। ਜਦੋਂ ਇੰਟਰਵਿਊ ਸੀਗੀ ਵੀਜ਼ੇ ਲਈ ਇੰਟਰਵਿਊ ਸੀ, ਉਹ ਕਹਿੰਦੇ ਠੀਕ ਹੈ ਓਕੇ ਤੇਰੀ ਕੁਆਲੀਫਿਕੇਸ਼ਨ ਸਹੀ ਆ। ਇੱਥੇ ਆ ਕੇ ਇਹਨਾਂ ਨੇ ਨਹੀਂ ਜੀ ਅਸੀਂ ਤਾਂ ਮੰਨਦੇ ਹੀ ਨਹੀਂ। ਹੁਣ ਨਾ ਮੈਂ ਉੱਧਰ ਜਾਣ ਜੋਗਾ ਨਾ ਇੱਧਰ ਰਹਿਣ ਜੋਗਾ। ਮੈਂ ਇਲੈਕਟ੍ਰੋਨਿਕ ਇੰਜੀਨੀਅਰਿੰਗ ਦਾ ਕੀਤਾ, ਕੰਪਿਊਟਰ ਸਿਸਟਮ ਇੰਜੀਨੀਅਰਿੰਗ ਕੀਤੀ, ਰੀਨਿਊਏਬਲ ਐਨਰਜੀ ਦੀ ਕੀਤੀ। ਤਿੰਨੇ ਕਰਕੇ ਵੀ ਮੈਨੂੰ ਜਿੱਦਾਂ ਜੋ ਮੈਂ ਚਾਹੁੰਦਾ ਸੀ ਉਹ ਨਹੀਂ ਮਿਲ ਸਕਿਆ। ਜਦ ਤੱਕ ਮੇਰੀ ਏਜ ਹੋ ਗਈ, ਜਦ ਤੱਕ ਉਸ ਮੇਰੀ ਡਿਸੇਬਿਲਟੀ ਵੀ ਹੋ ਗਈ। ਸੋ ਉਸ ਵੇਲੇ ਵੀ ਸਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੰਨਾ ਈਜ਼ੀ ਵੀ ਨਹੀਂ ਸੀ ਉਦੋਂ ਵੀ, ਕਿਉਂਕਿ ਵਰਸਟ ਰਿਸੈਸ਼ਨ ਜਿਹੜਾ ਸੀ ਨਾ ਉਹ ਉਦੋਂ ਸੀ। 88 ਤੋਂ 87 ਤੋਂ ਲੈ ਕੇ ਨਾ 92 93 ਤੱਕ ਉਦੋਂ ਚੱਲਿਆ। ਉਸ ਵੇਲੇ ਕਿਤੇ ਵੀ ਨਹੀਂ ਸੀ ਜੋਬ। ਕਲੀਨਿੰਗ ਦੀ ਜੋਬ ਲਈ ਵੀ 50 ਐਪਲੀਕੇਸ਼ਨ ਆ ਜਾਂਦੀ ਸੀ, ਇੱਕ ਕਲੀਨਿੰਗ ਦੀ ਜੋਬ ਹੋਣੀ। ਅਤੇ ਉਸ ਟਾਈਮ 'ਚ ਅਸੀਂ $2 ਘੰਟੇ ਦੇ ਵੀ ਕੰਮ ਕੀਤਾ। ਆ ਲੈਟਰ ਬਾਕਸ ਡਿਲੀਵਰੀ ਕਰਨੀ, ਪੇਪਰ ਪਾਉਣੇ। ਜੇ ਕਿਤੇ ਕਲੀਨਿੰਗ ਦੀ ਘੰਟੇ ਦੀ ਜੋਬ ਮਿਲ ਗਈ ਉੱਥੇ ਵੀ ਦੌੜ ਕੇ ਜਾਣਾ, ਕਿਉਂਕਿ ਹੋਰ ਕੰਮ ਹੀ ਨਹੀਂ ਸੀਗਾ, ਕਿਤੇ ਵੀ ਨਹੀਂ ਸੀ। ਸੋ ਉਹ ਟਾਈਮ ਵੀ ਧੰਨਵਾਦ ਜੀ। ਓਕੇ ਜੀ, ਥੈਂਕ ਯੂ।